ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਚੈਨਲ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰ ਲੈਂਦੇ ਹਾਂ ਜੀ 2022 ਵਾਲੇ ਪੇਪਰਾਂ ਬਾਰੇ, ਜਿਸ ਬਾਰੇ ਕਿ ਕਾਫੀ ਕੁਐਸਚਨ ਵੀ ਆਉਂਦੇ ਹਨ ਕਿ ਇਹ ਪੇਪਰ ਓਪਨ ਹੋਏ ਹਨ ਜਾਂ ਨਹੀਂ ਹੋਏ ਹਨ ਜਾਂ ਕਿੱਦਾਂ ਨਾ। ਅਤੇ ਇਸ ਬਾਰੇ ਮੈਂ ਪਹਿਲਾਂ ਵੀ ਅਪਡੇਟ ਦੇ ਚੁੱਕੀ ਹਾਂ ਕਿ ਹਾਂਜੀ 2022 ਵਾਲੇ ਪੇਪਰ ਮਿਲ ਰਹੇ ਹਨ। ਅਤੇ ਨੈਕਸਟ ਆ ਜੀ 2022 ਵਾਲੇ ਪੇਪਰ ਜਿਹੜੇ ਸੀ ਇਹ 27 ਜੂਨ ਨੂੰ ਇਹਨਾਂ ਦੀ ਇਮੀਗ੍ਰੇਸ਼ਨ ਓਪਨ ਹੋਈ ਸੀ ਅਤੇ 1 ਫੈਬ ਨੂੰ ਹੋਈ ਸੀ 9 ਮੰਥ ਵਾਲੇ ਦੀ। ਅਤੇ ਜਿਸ ਤਰ੍ਹਾਂ ਕਿ ਜਿਹੜੇ 2022 ਵਾਲੇ ਪੇਪਰ ਸੀ ਇਹਨਾਂ ਦੀ ਇਮੀਗ੍ਰੇਸ਼ਨ ਓਪਨ ਹੋਣ ਦਾ ਡਿਸੀਜਨ 2021 ਵਿੱਚ ਲਿਆ ਗਿਆ ਸੀ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇਟਲੀ ਵਿੱਚ ਕਈ ਵਾਰ ਇਮੀਗ੍ਰੇਸ਼ਨ 2 ਵਾਰ ਓਪਨ ਹੁੰਦੀ ਹੈ ਸਾਲ 'ਚ। ਅਤੇ ਜਿਸ ਤਰ੍ਹਾਂ ਕਿ ਇੱਕ ਵਾਰ ਤਾਂ ਜੈਨ ਵਿੱਚ ਹੋ ਚੁੱਕੀ ਹੈ, ਮਤਲਬ ਕਿ ਜਨਵਰੀ ਵਿੱਚ ਹੋ ਚੁੱਕੀ ਹੈ। ਅਤੇ ਸ਼ਾਇਦ ਹੁਣ ਅੱਜ ਤੋਂ ਜਿਸ ਤਰ੍ਹਾਂ ਕਿ ਕਈ ਲੋਕ ਇਹ ਬੋਲ ਰਹੇ ਹਨ ਕਿ ਸ਼ਾਇਦ ਜੁਲਾਈ ਦੇ ਲਾਸਟ ਵਿੱਚ ਇਮੀਗ੍ਰੇਸ਼ਨ ਓਪਨ ਹੋਏਗੀ, ਪਰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਜਿਹੜੇ ਹੁਣ ਇਮੀਗ੍ਰੇਸ਼ਨ ਹੈ ਸ਼ਾਇਦ ਅੱਜ ਤੋਂ 2-3 ਮਹੀਨੇ ਬਾਅਦ ਓਪਨ ਹੋਵੇ, ਪਰ ਅਜੇ ਇਸ ਬਾਰੇ ਕੋਈ ਅਪਡੇਟ ਨਹੀਂ ਹੈ। ਅਤੇ ਅਗਰ 2023 ਵਾਲੀ ਇਮੀਗ੍ਰੇਸ਼ਨ 'ਤੇ ਓਪਨ ਹੋਏਗੀ, ਕਿਉਂਕਿ ਸਾਲ ਵਿੱਚ 1-2 ਵਾਰ ਤਾਂ ਇਮੀਗ੍ਰੇਸ਼ਨ ਇਟਲੀ 'ਤੇ ਓਪਨ ਹੁੰਦੀ ਹੈ। ਔਰ ਇੰਡੀਆ ਵਿੱਚ ਕਈ ਏਜੰਟ ਲੋਕਾਂ ਕੋਲ ਇਸ ਤਰ੍ਹਾਂ ਵੀ ਪੈਸੇ ਲੈ ਰਹੇ ਹਨ, ਜਿਸ ਤਰ੍ਹਾਂ ਕਿ ਕੰਮ ਕੋਈ 50,000 ਦਾ ਹੋਵੇ ਅਤੇ ਉਸ ਨੂੰ ਇਹ ਕਹਿ ਕੇ ਕਿ ਲੱਖ 'ਚ ਇਹ ਕੰਮ ਹੋਣਾ ਹੈ ਜਾਂ ਕਿੱਦਾਂ ਇਸ ਤਰ੍ਹਾਂ ਲੁੱਟ ਰਹੇ ਹਨ। ਤਾਂ ਪਲੀਜ਼ ਉਹਨਾਂ ਤੋਂ ਕੇਅਰਫੁਲ ਰਹੋ। ਐਂਡ ਨੈਕਸਟ ਆ ਜੀ ਇੰਡੀਆ ਵਿੱਚ ਕੁਝ ਏਜੰਟ ਅਜਿਹੇ ਹਨ ਜੋ ਬੋਲ ਰਹੇ ਹਨ ਕਿ ਜਿਹੜੀ ਇਮੀਗ੍ਰੇਸ਼ਨ ਆ ਉਹ ਓਪਨ ਹੋ ਗਈ ਆ, ਨਿਊ ਇਮੀਗ੍ਰੇਸ਼ਨ ਇਟਲੀ ਦੀ, ਔਰ ਉਹ ਤੁਹਾਡਾ ਪਾਸਪੋਰਟ 'ਤੇ ਤੁਹਾਡੇ ਪੈਸੇ ਲੈ ਕੇ ਰੱਖ ਲੈਂਦੇ ਹਨ ਅਤੇ ਬਾਅਦ ਵਿੱਚ ਤੁਹਾਨੂੰ ਕੁਝ ਦੱਸਦੇ ਨਹੀਂ ਹਨ, ਕਿਉਂਕਿ ਉਹਨਾਂ ਨੂੰ ਇਹ ਸਿਰਫ ਖਬਰ ਹੀ ਮਿਲੀ ਹੁੰਦੀ ਹੈ ਕਿ ਇਮੀਗ੍ਰੇਸ਼ਨ ਓਪਨ ਹੋ ਗਈ ਹੈ। ਅਤੇ ਉਹਨਾਂ ਨੇ ਵੀ ਗਾੜੀ ਇਹ ਜੋ ਤੁਹਾਡਾ ਪਾਸਪੋਰਟ ਜਾਂ ਕਿੱਦਾਂ ਪੈਸੇ ਅੱਗੇ ਦੇਣੇ ਹੁੰਦੇ ਹਨ ਅਤੇ ਕੰਮ ਕਰਵਾਉਣਾ ਹੁੰਦਾ ਹੈ। ਪਰ ਤੁਸੀਂ ਇੱਦਾਂ ਦਾ ਅਜੇ ਕੁਝ ਨਾ ਕਰਿਓ, ਕਿਉਂਕਿ ਇਮੀਗ੍ਰੇਸ਼ਨ ਓਪਨ ਨਹੀਂ ਹੋਈ ਹੈ। ਅਤੇ ਅਗਰ ਤੁਸੀਂ ਵੈਸੇ ਤਾਂ ਏਜੰਟਾਂ ਦੇ ਹੱਥ ਵਿੱਚ ਬਿਲਕੁਲ ਵੀ ਨਾ ਆਓ, ਕਿਉਂਕਿ ਤੁਸੀਂ ਅਗਰ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਹੈ ਤੁਸੀਂ ਉਸ ਕੋਲ ਹੀ ਆਪਣੇ ਪੇਪਰ ਭਰਾਉਣ ਦੀ ਕੋਸ਼ਿਸ਼ ਕਰੋ, ਅਤੇ ਜਾਂ ਫਿਰ ਕੋਈ ਭਰੋਸੇਮੰਦ ਕੋਈ ਵਕੀਲ ਵਗੈਰਾ ਹੋਵੇ, ਮਤਲਬ ਏਜੰਟ ਵਗੈਰਾ ਹੋਵੇ, ਉਸ ਕੋਲ ਹੀ ਆਪਣੇ ਪੇਪਰ ਫਿਲ ਕਰਵਾਓ। ਅਤੇ ਜੀ ਨੈਕਸਟ ਨਿਊਜ਼ ਇਹ ਹੈ ਕਿ ਨਿਊਜ਼ ਤਾਂ ਨਹੀਂ ਵੀ ਮਤਲਬ ਕਿ ਜਿਸ ਤਰ੍ਹਾਂ ਕਿ ਬੋਲਿਆ ਜਾਂਦਾ ਹੈ ਕਿ ਜਦੋਂ ਆਪਾਂ 9 ਮੰਥ ਵਾਲੇ ਪੇਪਰ 'ਤੇ ਇਟਲੀ ਵਿੱਚ ਆਉਂਦੇ ਹਾਂ ਤਾਂ ਇਸ ਵਿੱਚ ਆਪਾਂ ਅੱਗੇ ਪੱਕੇ ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ। ਅਤੇ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਹੋ ਅਤੇ ਤੁਸੀਂ ਆਪਣੇ ਜੋ ਤੁਹਾਡਾ ਏਜੰਟ ਹੁੰਦਾ ਹੈ ਉਸ ਨਾਲ ਤੁਹਾਡੀ ਗੱਲ ਹੋਈ ਹੁੰਦੀ ਹੈ ਕਿ ਤੁਹਾਨੂੰ ਉਹ ਮਤਲਬ ਤੁਹਾਡੀ ਇਟਲੀ ਵਿੱਚੋਂ ਐਂਟਰੀ ਹੀ ਕਰਵਾਏਗਾ ਜਾਂ ਫਿਰ ਅੱਗੇ ਤੁਹਾਨੂੰ ਮਤਲਬ ਪੱਕਾ ਕਰਵਾਏਗਾ ਜਾਂ ਕਿੱਦਾਂ, ਉਸ ਹਿਸਾਬ ਨਾਲ ਹੀ ਉਸਨੇ ਤੁਹਾਡੇ ਕੋਲ ਪੈਸੇ ਲਏ ਹੁੰਦੇ ਹਨ। ਪੈਸੇ ਤਾਂ ਵੈਸੇ ਵੱਧ ਹੀ ਲੈਂਦੇ ਹਨ, ਪਰ ਉਸ ਹਿਸਾਬ ਨਾਲ ਉਹਨਾਂ ਨੇ ਤੁਹਾਡੇ ਕੋਲ ਪੈਸੇ ਲਏ ਹੁੰਦੇ ਹਨ। ਅਤੇ ਫਿਰ ਜਦੋਂ ਤੁਸੀਂ ਇਟਲੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਉਸ ਹਿਸਾਬ ਨਾਲ ਹੀ ਉਹ ਕੰਮ ਮਤਲਬ ਤੁਹਾਡੇ ਪੱਕੇ ਹੋਣ ਦਾ ਅੱਗੇ ਪ੍ਰੋਸੈਸ ਸਟਾਰਟ ਹੁੰਦਾ ਹੈ ਜਾਂ ਨਹੀਂ। ਜਿਹੜੇ ਕਈ 9 ਮੰਥ ਵਾਲੇ ਪੇਪਰ 'ਤੇ ਇੱਥੇ ਆ ਜਾਂਦੇ ਹਨ, ਸਿਰਫ ਉਹਨਾਂ ਦੀ ਇੰਨੀ ਹੀ ਗੱਲ ਏਜੰਟ ਨਾਲ ਹੋਈ ਹੁੰਦੀ ਹੈ ਅਤੇ ਬਾਅਦ ਵਿੱਚ ਉਹ ਪੱਕੇ ਨਹੀਂ ਹੁੰਦੇ। ਉਹ ਇੱਦਾਂ ਕਿ ਜਦੋਂ ਤੁਹਾਡੇ ਕੋਲ 9 ਮੰਥ ਵਾਲੇ ਪੇਪਰ ਹੋਣਗੇ ਤੁਸੀਂ ਲੀਗਲੀ ਇਟਲੀ ਵਿੱਚ ਰਹਿੰਦੇ ਪਏ ਹੋਗੇ। ਅਗਰ ਤੁਸੀਂ ਉਸ ਟਾਈਮ ਵਿੱਚ ਹੀ ਤੁਹਾਡਾ ਕੋਈ ਇੰਪਲੋਇਰ ਮਤਲਬ ਤੁਹਾਡਾ ਕੋਈ ਮਾਲਿਕ ਜਿਹੜਾ ਹੋਏਗਾ ਉਹ ਅਗਰ ਤੁਹਾਡੇ ਪੇਪਰ ਭਰ ਦਿੰਦਾ ਹੈ ਅਤੇ ਬਾਅਦ ਵਿੱਚ ਫਿਰ ਤੁਹਾਨੂੰ ਉੱਥੋਂ ਦੇ ਪੇਪਰ ਮਿਲ ਸਕਦੇ ਹਨ। ਜਿੱਦਾਂ ਕਿ ਪਹਿਲਾਂ 6 ਮਹੀਨੇ ਵਾਲੀ ਸੰਜੋਰ ਨੂੰ ਮੇਰੇ ਖਿਆਲ 'ਚ ਮਿਲਦੀ ਹੈ, ਬਾਅਦ ਵਿੱਚ ਸਾਲ ਵਾਲੀ ਮਿਲਦੀ ਹੈ, ਇੱਦਾਂ ਕੁਝ। ਅਤੇ ਤੁਹਾਡਾ ਜਿਹੜਾ ਉਹ ਮਾਲਿਕ ਹੋਵੇ ਉਹਦਾ ਮਤਲਬ ਸਾਰਾ ਜੋ ਵੀ ਉਹਦਾ ਹੋਵੇ, ਜਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਹੋਣ ਵੀ ਮਤਲਬ ਇਹ ਸਭ ਕੁਝ ਹੋਣ ਵੀ ਮਤਲਬ ਮੇਰੇ ਕੋਲ ਇਹ ਕੰਮ ਕਰਦਾ ਹੈ, ਇਹਦਾ ਟੈਕਸ ਜਾਂਦਾ ਹੈ ਜਾਂ ਕਿੱਦਾਂ, ਉਹ ਸਾਰਾ ਕੁਝ ਫਿਲ ਕਰੇ ਅਤੇ ਫਿਰ ਤੁਹਾਨੂੰ ਅੱਗੇ ਪੇਪਰ ਮਿਲ ਸਕਦੇ ਹਨ। ਜਿੱਦਾਂ ਕਿ 2020 'ਚ ਜਦੋਂ ਕਰੋਨਾ ਸੀ ਉਦੋਂ ਵੀ ਉਦੋਂ ਇਹ ਡਿਸੀਜਨ ਹੋਇਆ ਸੀ ਕਿ ਜਿਹੜੇ ਵੀ ਇੱਥੇ ਮਤਲਬ ਕੱਚੇ ਤੌਰ 'ਤੇ ਰਹਿ ਰਹੇ ਹਨ ਸਾਰਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ।
ਤੇ ਜੀ ਉਦੋਂ ਵੀ ਉਸ ਬਹੁਤ ਗੁੱਡ ਨਿਊਜ਼ ਸੀ ਜਿਹੜੇ ਲੋਕ ਇੱਥੇ ਕੱਚੇ ਰਹਿ ਰਹੇ ਸੀ। ਪਰ ਹੁਣ ਅਗਰ ਤੁਸੀਂ 9 ਮੰਥ ਦੇ ਪੇਪਰ 'ਤੇ ਆਉਂਦੇ ਹੋ ਤਾਂ ਤੁਹਾਡੇ ਹੱਥ 'ਚ ਕੋਈ ਇੱਦਾਂ ਦਾ ਬੰਦਾ ਹੋਣਾ ਚਾਹੀਦਾ ਹੈ ਜਿਹਦੇ ਕੋਲ ਤੁਸੀਂ ਕੰਮ ਕਰਕੇ ਆਪਣਾ ਟੈਕਸ ਪੇ ਕਰਕੇ ਤੇ ਤੁਸੀਂ ਪੱਕੇ ਹੋ ਸਕਦੇ ਹੋ। ਨਹੀਂ ਤਾਂ ਤੁਸੀਂ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੋਏਗਾ ਕਿ ਪੁਰਤਗਾਲ ਜਿਹੜਾ ਕਿ ਉਹ ਮਤਲਬ ਕਈ ਤਾਂ ਬੋਲਦੇ ਹਨ ਕਿ 1.5 ਸਾਲ ਤੋਂ 2 ਸਾਲ ਤੱਕ ਪੱਕਿਆ ਕਰ ਦਿੰਦਾ ਹੈ, ਪਰ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਉਹ 3 ਸਾਲ ਵਿੱਚ ਪੇਪਰ ਦਿੰਦਾ ਹੈ। ਅਤੇ 3 ਸਾਲ ਵਿੱਚ ਤੁਸੀਂ ਉੱਥੇ ਪੱਕੇ ਮਤਲਬ ਪੇਪਰ ਲੈ ਸਕਦੇ ਹੋ। ਜਿੱਦਾਂ ਕਿ ਤੁਸੀਂ ਉੱਥੇ ਜਾ ਕੇ ਪੁਰਤਗਾਲ ਜਾ ਕੇ ਪੇਪਰ ਭਰ ਸਕਦੇ ਹੋ ਅਤੇ ਪੇਪਰ ਉਹ ਤੁਹਾਨੂੰ 2-2.5-3 ਸਾਲ ਤੱਕ ਦੇ ਦੇਵੇਗਾ। ਅਤੇ ਤੁਸੀਂ ਉੱਥੇ ਪੇਪਰ ਭਰ ਕੇ ਅਤੇ ਤੁਸੀਂ ਟੈਕਸ ਵਗੈਰਾ ਜੋ ਵੀ ਹੋਏਗਾ ਉੱਥੇ ਪੇ ਕਰਨਾ ਹੈ। ਅਤੇ ਕੰਮ ਤੁਸੀਂ ਭਾਵੇਂ ਇਟਲੀ ਜਾਂ ਹੋਰ ਕੋਈ ਯੂਰਪ ਦੀ ਕੰਟਰੀ ਵਿੱਚ ਕਰ ਲਵੋ, ਕਿਉਂਕਿ ਜਿਹੜਾ ਪੁਰਤਗਾਲ ਹੈ ਉਹ ਜਿਹੜੀ ਪੇ ਆ ਇੰਨੀ ਵਧੀਆ ਨਹੀਂ ਦਿੰਦਾ। ਅਤੇ ਬਾਕੀ ਜਿੱਦਾਂ ਕਿ ਇਟਲੀ ਹੋ ਗਿਆ, ਜਰਮਨ ਹੋ ਗਿਆ, ਜਿੱਦਾਂ ਬਾਕੀ ਕੰਟਰੀ ਹੋ ਗਿਆ ਯੂਰਪ ਦੀਆਂ, ਉਹਨਾਂ ਵਿੱਚ ਪੇ ਥੋੜ੍ਹਾ ਵਧੀਆ ਮਿਲਦੀ ਹੈ। ਅਤੇ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਅਸੀਂ ਸਪੇਨ ਜਾ ਕੇ ਪੇਪਰ ਭਰ ਸਕਦੇ ਹਾਂ ਕਿ ਨਹੀਂ। ਅਤੇ ਜਿਹੜਾ ਸਪੇਨ ਹੈ ਜੀ ਉਹ ਵੀ ਕਾਫੀ ਟਾਈਮ ਲਾ ਦਿੰਦਾ ਹੈ ਪੇਪਰ ਦੇਣ ਲਈ, 5 ਸਾਲ ਦਾ ਮੇਰੇ ਖਿਆਲ 'ਚ ਟਾਈਮ ਲਾ ਦਿੰਦਾ ਹੈ। ਅਤੇ ਇਸ ਨਾਲੋਂ ਚੰਗਾ ਹੈ ਕਿ ਤੁਸੀਂ ਪੁਰਤਗਾਲ ਜਾ ਕੇ ਪੇਪਰ ਭਰ ਦਿਓ ਅਤੇ ਟੈਕਸ ਪੇ ਉੱਥੇ ਕਰੀ ਜਾਓ ਅਤੇ ਕੰਮ ਭਾਵੇਂ ਤੁਸੀਂ ਇੱਥੇ ਇਟਲੀ ਵਿੱਚ ਹੀ ਕਰੀ ਜਾਓ। ਇਸ ਤਰ੍ਹਾਂ ਤੁਸੀਂ 9 ਮੰਥ ਵਾਲਾ ਪ੍ਰੋਸੈਸ ਹੁੰਦਾ ਹੈ, ਅਤੇ ਇਸ ਤਰ੍ਹਾਂ ਉੱਥੇ ਪੱਕੇ ਹੋ ਸਕਦੇ ਹੋ 9 ਮੰਥ ਵਾਲੇ ਪੇਪਰ 'ਤੇ। ਜਿੰਨਾ ਤੱਕ ਤੁਹਾਡੇ ਕੋਲ ਵੀਜ਼ਾ ਹੈ 9 ਮੰਥ ਦਾ ਲੀਗਲੀ ਇਟਲੀ ਦਾ, ਉਹਦੇ ਵਿੱਚ ਹੀ ਤੁਸੀਂ ਆਪਣਾ ਪ੍ਰੋਸੈਸ ਕਰ ਲਓ ਕਿ ਅੱਗੇ ਤੁਸੀਂ ਕੀ ਕਰਨਾ ਹੈ ਜਾਂ ਕਿੱਦਾਂ। ਠੀਕ ਆ ਨਾ। ਅਤੇ ਜੀ ਆਪਾਂ ਹੁਣ ਨੈਕਸਟ ਗੱਲ ਕਰ ਲੈਂਦੇ ਹਾਂ ਜੀ ਇਟਲੀ ਦੀ ਕਰੰਸੀ ਬਾਰੇ ਕਿ ਉਹਦਾ ਕਰੰਸੀ ਰੇਟ ਕੀ ਚੱਲ ਰਿਹਾ ਹੈ। ਅਤੇ ਇਟਲੀ ਦਾ ਅਗਰ ਆਪਾਂ ਯੂਰੋ ਨੂੰ ਕਨਵਰਟ ਕਰਦੇ ਆ ਇੰਡੀਅਨ ਰੁਪੀਸ 'ਤੇ ਉਹਦਾ ਰੇਟ ਹੈ ਜੀ 82 ਰੁਪਏ 33 ਪੈਸਾ, 82 ਰੁਪਏ 33 ਪੈਸੇ। ਐਂਡ ਅਗਰ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਿ ਯੂਰੋ ਨੂੰ ਕਨਵਰਟ ਕਰਦੇ ਆ ਪਾਕਿਸਤਾਨ, ਅਤੇ ਉਸ ਦਾ ਕੀ ਰੇਟ ਆ, ਅਤੇ ਉਸ ਦਾ ਰੇਟ ਆ ਜੀ 213 ਰੁਪਏ ਐਂਡ 35 ਪੈਸੇ। ਉਸ ਦਾ ਇਹ ਰੇਟ ਹੈ ਜੀ ਪਾਕਿਸਤਾਨ ਵਿੱਚ 213 ਅਤੇ 35। ਇਸ ਦਾ ਰੇਟ ਪਾਕਿਸਤਾਨ ਦੇ ਤਾਂ ਜ਼ਿਆਦਾ ਹੁੰਦਾ ਕਿਉਂਕਿ ਪਾਕਿਸਤਾਨ ਦੀ ਕਰੰਸੀ ਕਾਫੀ ਘੱਟ ਹੈ, ਕਰੰਸੀ ਰੇਟ ਕਾਫੀ ਘੱਟ ਹੈ, ਇਸ ਕਰਕੇ ਇਸ ਦਾ ਪਾਕਿਸਤਾਨ 'ਚ ਰੇਟ 200 ਤੋਂ ਉੱਪਰ ਹੀ ਹੁੰਦਾ ਹੈ ਹਮੇਸ਼ਾ। ਅਤੇ ਜੀ ਜਿਹੜੇ ਤੁਹਾਨੂੰ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਸਾਡਾ ਜਿਹੜਾ ਅਸੀਂ ਪੇਪਰ ਭਰੇ ਹਨ ਜਾਂ ਕਿੱਥੋਂ ਵੇਖ ਸਕਦੇ ਜਾਂ ਚੈੱਕ ਕਰ ਸਕਦੇ। ਇਸ 'ਤੇ ਮੈਂ ਵੀਡੀਓ ਮੇਰੇ ਖਿਆਲ 'ਚ ਪਰਸੋਂ ਬਣਾਈ ਸੀ, ਇਸ 'ਤੇ ਵੀਡੀਓ ਤੁਸੀਂ ਉਹ ਚੈੱਕ ਕਰ ਲਓ। ਉਸ 'ਚ ਮੈਂ ਦੱਸਿਆ ਵੀ ਹੈ ਕਿ ਤੁਸੀਂ ਮਨਿਸਟਰੋ ਦੈਲ ਇੰਟਰਨੋ 'ਤੇ ਜਾ ਕੇ ਅਤੇ ਉੱਥੇ ਪਰਫਤੂਰੇ ਦੀ ਈਮੇਲ 'ਤੇ ਤੁਸੀਂ ਆਪਣਾ ਈਮੇਲ ਸੈਂਡ ਕਰ ਸਕਦੇ ਹੋ। ਉਹਨਾਂ ਨੂੰ ਪੁੱਛ ਸਕਦੇ ਹੋ ਕਿ ਮੈਂ ਇਸ ਡੇਟ ਨੂੰ ਆਪਣਾ ਨਾਮ ਦੱਸ ਕੇ ਅਤੇ ਮੈਂ ਇਸ ਡੇਟ ਨੂੰ ਪੇਪਰ ਭਰੇ ਹਨ। ਅਤੇ ਉੱਥੇ ਜਿਹੜਾ ਤੁਹਾਡਾ ਇੱਕ ਵੈਰੀਫਿਕੇਸ਼ਨ ਕੋਡ ਵੀ ਲਿਖਿਆ ਹੋਏਗਾ ਤੁਹਾਡੇ ਰਿਸ਼ੀਬੁੱਤਾ ਉੱਤੇ, ਜਿਹੜੀ ਤੁਹਾਡੇ ਕੋਲ ਸਲਿੱਪ ਹੋਏਗੀ ਉਹਦੇ ਉੱਤੇ ਟਾਈਮ ਐਂਡ ਕੋਡ ਵੀ ਦੱਸਿਆ ਹੋਏਗਾ। ਉਹ ਸਾਰਾ ਕੁਝ ਫਿਲ ਕਰਕੇ ਅਤੇ ਤੁਸੀਂ ਆਪਣਾ ਚੈੱਕ ਨਹੀਂ ਪੁੱਛ ਸਕਦੇ ਹੋ ਉਹਨਾਂ ਕੋਲੋਂ। ਅਤੇ ਤੁਸੀਂ ਲਿਖਣਾ ਇਟਲਾਨੋ ਵਿੱਚ ਹੀ ਹੈ, ਤੁਸੀਂ ਇੰਗਲਿਸ਼ ਵਿੱਚ ਨਹੀਂ ਲਿਖਣਾ। ਤੁਸੀਂ ਅਗਰ ਤੁਹਾਨੂੰ ਨਹੀਂ ਇਟਾਲੀਅਨ ਚੰਗੀ ਤਰ੍ਹਾਂ ਆਉਂਦੀ ਤੁਸੀਂ ਕਿਸੇ ਕੋਲ ਲਿਖਵਾ ਲੈਣਾ ਔਰ ਤੁਸੀਂ ਉਸ ਤਰ੍ਹਾਂ ਹੀ ਭਰ ਦੇਣਾ। ਅਤੇ ਨਾਲ ਤੁਸੀਂ ਇੱਕ ਜਿਹੜੀ ਤੁਹਾਡੇ ਕੋਲ ਇਹ ਰਿਸ਼ੀਬੁੱਤਾ ਹੈਗੀ ਨਾ, ਜੋ ਤੁਹਾਡੇ ਕੋਲ ਸਲਿੱਪ ਹੋਏਗੀ, ਉਸ ਨੂੰ ਤੁਸੀਂ ਅਟੈਚ ਵੀ ਕਰਨਾ ਹੈ ਈਮੇਲ ਵਿੱਚ। ਜਿਹੜਾ ਅਟੈਚ ਦਾ ਆਪਸ਼ਨ ਆਉਂਦਾ ਹੈ ਨਾ, ਉਹਦੇ ਵਿੱਚ ਜਾ ਕੇ ਤੁਸੀਂ ਅਟੈਚ ਵੀ ਕਰਨੀ ਹੈ ਉਹ ਸਲਿੱਪ, ਉਹ ਰਿਸ਼ੀਬੁੱਤਾ ਜਿਹੜਾ ਹੁੰਦਾ ਹੈ ਤੁਹਾਡੇ ਕੋਲ, ਉਹ ਤੁਸੀਂ ਅਟੈਚ ਕਰਨਾ ਹੈ। ਫਿਰ ਤੁਹਾਨੂੰ ਉਹ ਦੱਸ ਦੇਣਗੇ ਵੀ ਤੁਹਾਡਾ ਕਿਹੜਾ ਕੋਟਾ ਚੱਲ ਰਿਹਾ ਹੈ ਅਤੇ ਤੁਹਾਡੇ ਪੇਪਰ ਕਦੋਂ ਮਤਲਬ ਮਿਲ ਸਕਦੇ ਹਨ। ਮਤਲਬ ਤੁਹਾਨੂੰ ਪੂਰਾ ਦੱਸ ਦੇਣਗੇ ਵੀ ਤੁਹਾਡੀ ਪ੍ਰੋਸੈਸਿੰਗ ਚੱਲ ਰਹੀ ਹੈ ਜਾਂ ਨਹੀਂ। ਜੋ ਵੀ ਹੋਏਗਾ ਤੁਹਾਨੂੰ ਉਹ 'ਚ ਈਮੇਲ 'ਚ ਦੱਸ ਦੇਣਗੇ, ਕਿਉਂਕਿ 1-2 ਲੋਕਾਂ ਨੇ ਇੱਦਾਂ ਈਮੇਲ ਭੇਜੀ ਹੈ ਅਤੇ ਉਹਨਾਂ ਨੂੰ ਆਨਸਰ ਵੀ ਮਿਲਿਆ ਹੀ ਹੈ।
ਅਤੇ ਜੀ ਜ਼ਿਆਦਾਤਰ ਨਾਪਲੀ ਦਾ ਕੁਐਸ਼ਨ ਹੁੰਦਾ ਕਿ ਨਾਪਲੀ ਵਿੱਚ ਪੇਪਰ ਨਿਕਲੇ ਹਨ ਜਾਂ ਨਹੀਂ, ਅਤੇ ਹਾਂਜੀ ਜੀ ਨਾਪਲੀ ਵਿੱਚ ਵੀ ਪੇਪਰ ਨਿਕਲ ਰਹੇ ਹਨ। ਅਤੇ ਇੰਡੀਆ ਤੋਂ ਵੀ ਇਹ ਨਿਊਜ਼ ਸੁਣਨ ਨੂੰ ਮਿਲੀ ਹੈ ਕਿ ਉੱਥੇ ਵੀ ਅੰਬੈਸੀ 'ਚ ਲੋਕ 2022 ਦੀਆਂ ਫਾਈਲ ਲਈ ਫਿਰਦੇ ਹਨ, ਅਤੇ ਤਾਂ ਇਸ ਦਾ ਮਤਲਬ ਤਾਂ ਇਹੀ ਹੋਇਆ ਕਿ 2022 ਵਾਲੇ ਪੇਪਰ ਨਿਕਲ ਰਹੇ ਹਨ। ਸੋ ਬੀ ਪੇਸ਼ੈਂਸ, ਪੇਪਰ ਸਾਰਿਆਂ ਦੇ ਹੀ ਨਿਕਲਦੇ ਹਨ, ਕਿਉਂਕਿ ਮੇਰੇ ਖਿਆਲ 'ਚ ਇਹ ਵਾਲਾ ਕੋਟਾ ਜਿਹੜਾ ਹੁਣ ਦਾ ਕੋਟਾ ਹੈ, ਇਹ 62,000 ਬੰਦਿਆਂ ਦਾ ਸੀ ਕਿ 82,000 ਕਿ 87,000 ਇਹਨਾਂ ਵਿੱਚ, ਨਹੀਂ 87,000 ਨੇ, 69,700 ਬੰਦੇ ਆਉਣਗੇ। ਇਹ ਇੰਨਾ ਕੋਟਾ ਸੀ 69,700 ਦਾ, ਅਤੇ ਅਜੇ ਉਹਨਾਂ ਨੂੰ 1 ਲੱਖ ਬੰਦਾ ਹੋਰ ਚਾਹੀਦਾ ਹੈ। ਇਸ ਲਈ ਜੀ ਇਮੀਗ੍ਰੇਸ਼ਨ ਓਪਨ ਹੋ ਸਕਦੀ ਹੈ 1-2 ਮਹੀਨੇ ਤੱਕ। ਅਤੇ ਕਈ ਲੋਕ ਇਹ ਵੀ ਬੋਲਦੇ ਹਨ ਕਿ ਇਹ ਝੂਠ ਹੀ ਬਹੁਤ ਸਰਕਾਰ ਪੈਸੇ ਬਣਾਉਣਾ ਚਾਹੁੰਦੀ ਹੈ, ਅਤੇ ਝੂਠ ਬੋਲ ਰਹੀ ਹੈ ਕਿ 1 ਲੱਖ ਬੰਦਾ ਹੋਰ ਚਾਹੀਦਾ ਹੈ, ਪਰ ਇੱਦਾਂ ਦੀ ਨਹੀਂ ਗੱਲ ਹੈ, ਕਿਉਂਕਿ ਇਟਲੀ ਵਿੱਚ ਹਮੇਸ਼ਾ ਹੀ ਸਾਲ 'ਚ 2 ਵਾਰ ਇਮੀਗ੍ਰੇਸ਼ਨ ਓਪਨ ਹੋ ਹੀ ਜਾਂਦੀ ਹੈ, ਅਤੇ ਅਜੇ 1 ਲੱਖ ਬੰਦੇ ਦਾ ਹੋਰ ਕੋਟਾ ਹੈਗਾ। ਹਾਂਜੀ, ਸੋ ਥੈਂਕ ਯੂ ਟੂ ਵਾਚ ਮਾਈ ਚੈਨਲ ਐਂਡ ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਪ੍ਰੈਸ ਦੀ ਬੈਲ ਆਈਕਨ ਬਟਨ। ਐਂਡ ਜੀ ਤੁਸੀਂ ਨਿਊਜ਼ ਪੂਰੀ ਦੇਖ ਲਿਆ ਕਰੋ, ਫਿਰ ਤੁਹਾਨੂੰ ਵਿੱਚ ਹੀ ਆਨਸਰ ਮਿਲ ਜਾਂਦਾ ਹੈ।